उन्होंने जी असीं ये पैगाम देंगे कि मझ गां जी इंशाअल्लाह ताला ये जिन्ना चਿਰ दुੱਧ देती है उन्ना चਿਰ चंगी लगती है जिमीदार को, हर बंदे को चंगी लगती है। ਜਦੋਂ ਇਹ ਮੱਝ ਜਾਂ ਗਾਂ ਦੁੱਧ ਤੋਂ ਟੱਪ ਜਾਂਦੀ ਹੈ ਉਸ ਤੋਂ ਬਾਅਦ 'ਚ ਫਿਰ ਇਹ ਮੇਰਾ ਮਤਲਬ ਜ਼ਿਮੀਂਦਾਰ ਨੂੰ ਬੁਰੀ ਲੱਗਦੀ ਹੈ ਅਤੇ ਜ਼ਿਆਦਾਤਰ ਇਹ ਬਿਹਤਰ ਹੈ ਕਿ ਗੋਸ਼ਤ ਵਾਲੇ ਜਾਨਵਰ ਨੇ ਜਿਹੜੇ ਪਾਲੇ। ਅੱਜ ਕੱਲ੍ਹ ਕਮ ਤੋਂ ਕਮ ਜਿਹੜੇ ਡੰਗਰ ਨੂੰ ਠੰਡ ਲੱਗ ਜਾਂਦੀ ਹੈ ਉਹਨੂੰ ਮਿੱਠਾ ਤੇਲ ਦੇਣਾ ਚਾਹੀਦਾ। ਸਮਝ ਆਈ? ਮਿੱਠਾ ਤੇਲ ਤਿਲਾਂ ਦਾ ਹੁੰਦਾ? ਤਿਲਾਂ ਦਾ ਤੇਲ ਉਹਨੂੰ ਦਿਓ ਅਤੇ ਸੁਬਾਹ ਸ਼ਾਮ ਉਹਦਾ ਪਾਣੀ ਸ਼ਾਣੀ ਡਾਹਣ ਤੋਂ ਥੋੜ੍ਹਾ ਠੰਡ ਛੰਡ ਦੇ ਵਿੱਚ ਉਹਦਾ ਪਰਹੇਜ਼ ਕਰੋ ਕਿ ਮੇਰਾ ਮਕਸਦ ਹੈ ਕਿ ਜਿਹੜਾ ਨਾ ਡੰਗਰ ਠੰਡ ਦੇ ਵਿੱਚ ਬਾਹਰ ਨਹੀਂ ਕੱਢਣਾ, ਜਾਂ ਜਦੋਂ ਤੇਲ ਦੇ ਲੈਣਾ ਉਦੋਂ ਬਾਅਦ 'ਚ ਉਹਨੂੰ ਪਾਣੀ ਨਹੀਂ ਡਾਹਣਾ। तेल ज़्यादातर देने वाले भैन भरावां नूं यही नसीहत है कि तेल गर्म करके ठंडा करो, ठंडा करके तो फिर दिओ डंगर, क्योंकि उहदे विच जिहड़ी तेल की ठंडक हुंदी है ना वो नहीं रहिंदी, गरमैश पड़ जाता तेल, फिर ठंड छंड च कोई एड्डा ज़्यादा नुकसान नहीं करता। अस्सलाम वालेकुम। वालेकुम अस्सलाम जी। सर की हाल है? अल्लाह पाक दा बड़ा शुक्र है जी। जनाब दा की नाम है? मेरा नाम जी नासर महमूद घुम्मण है। नासर महमूद साहब किस इलाके तो तलक है? मैं जी इत्थे समड़ियाल दे एरिए च रहिना, तहसील डस्के दे विच। ਤੇ ਸਰ ਤੁਸੀਂ ਕਿੰਨੇ ਅਰਸੇ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ ਪਏ ਤੇ ਤੁਹਾਡਾ ਤਜਰਬਾ ਕਿਹਦਾ ਰਿਹਾ ਹੈ? जनाब सानू तकरीबन इत्थे सारी उम्र ही साडी लंघ गई है, साडे बाप दादा यही काम करते ने, जिमींदार ने, माल डंगर रखते ने, ते अल्लाह की मेहरबानी नाल साडा तजर्बा है पूरा पूरा। ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਅਸੀਂ ਬੜੇ ਇੰਟਰਵਿਊ ਕੀਤੇ ਨੇ, ਕੁਝ ਦੋਸਤ ਕਹਿੰਦੇ ਨੇ ਕਿ ਮੱਝਾਂ ਦੇ ਕਾਰੋਬਾਰ 'ਚ ਇੰਨੀ ਜ਼ਿਆਦਾ ਬਚਤ ਨਹੀਂ, ਅਗਰ ਜਾਨਵਰ ਰੱਖਣੇ ਨੇ ਤੇ ਮੱਝਾਂ ਰੱਖੋ, ਨਾਲ ਕੁਝ ਗਾਵਾਂ ਰੱਖੋ। ਇਸ ਤੋਂ ਇਲਾਵਾ ਅੱਜ ਕੱਲ ਕੁਝ ਦੋਸਤ ਕੱਟੇ ਪਾਲਦੇ ਨੇ, ਵੱਛੇ ਪਾਲਦੇ ਨੇ, ਉਹ 3 ਮਹੀਨੇ ਰੱਖਦੇ ਨੇ। ਹੁਣ ਆਪਣੇ ਤਜਰਬੇ ਦਾ ਨਿਚੋੜ ਕੱਢ ਕੇ ਦੱਸਣਾ ਜੇ ਦੋਸਤਾਂ ਨੂੰ ਕਿਹੜਾ ਕੰਮ ਬਿਹਤਰ ਹੈ ਅੱਜ ਕੱਲ? ਮਾਸ਼ਾਅੱਲਾ ਜੀ ਇਹ ਤਕਰੀਬਨ ਜਿਹੜਾ ਗੋਸ਼ਤ ਵਾਲਾ ਮਾਲ ਹੈ, ਕੱਟੇ ਵੱਛੇ ਰੱਖਣੇ ਨੇ ਜਿਹੜੇ, ਇਹਨਾਂ 'ਚ ਤਜਰਬਾ ਜ਼ਿਆਦਾ ਹੈ, ਇਹਨਾਂ 'ਚ ਮੁਨਾਫਾ ਜ਼ਿਆਦਾ ਹੁੰਦਾ ਹੈ। ਗੋਸ਼ਤ ਦਾ ਡੰਗਰ ਜਿਹੜਾ ਦੁੱਧ ਵਾਲਾ ਵੇ ਇਹ 6 ਮਹੀਨੇ ਜਾਂ ਸਾਲ ਮਤਲਬ ਫਾਇਦਾ ਦਿੰਦਾ ਵੇ, ਉਸ ਤੋਂ ਬਾਅਦ 'ਚ ਫਿਰ ਇਹ ਘਾਟੇ 'ਚ ਆ ਜਾਂਦਾ ਵੇ। ਉਸ ਤੋਂ ਬਾਅਦ ਫਿਰ ਗੋਸ਼ਤ ਵਾਲਾ ਡੰਗਰ ਹੈ ਜਿਹੜਾ ਉਹ ਜ਼ਿਆਦਾ ਫਾਇਦਾ ਦਿੰਦਾ। ਅੱਛਾ, ਯਾਨੀ ਤੁਹਾਡਾ ਤਜਰਬਾ ਇਹ ਕਹਿੰਦਾ ਕਿ ਜਿਹੜਾ ਗੋਸ਼ਤ ਵਾਲਾ ਜਾਨਵਰ ਹੈ ਉਹਦੇ 'ਚ ਪ੍ਰੋਫਿਟ ਜ਼ਿਆਦਾ ਹੈ, ਤੇ ਜਿਹੜੇ ਡੇਅਰੀ ਦੇ ਕੰਮ ਤੋਂ ਮੱਝਾਂ ਗਾਵਾਂ ਤੋਂ ਫਾਇਦਾ ਲੈਣਾ ਚਾਹੁੰਦੇ ਨੇ ਦੁੱਧ ਵੇਚ ਕੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਜੀ ਅਸੀਂ ਇਹ ਪੈਗਾਮ ਦੇਵਾਂਗੇ ਕਿ ਮੱਝ ਗਾਂ ਜਿਹੜੀ ਇੰਸ਼ਾਅੱਲਾ ਤਾਲਾ ਇਹ ਜਿੰਨਾ ਚਿਰ ਦੁੱਧ ਦਿੰਦੀ ਹੈ ਉਹਨਾਂ ਚਿਰ ਚੰਗੀ ਲੱਗਦੀ ਹੈ, ਜ਼ਿਮੀਂਦਾਰ ਨੂੰ ਵੀ, ਹਰ ਬੰਦੇ ਨੂੰ ਚੰਗੀ ਲੱਗਦੀ ਹੈ। ਜਦੋਂ ਇਹ ਮੱਝ ਜਾਂ ਗਾਂ ਦੁੱਧ ਤੋਂ ਟੱਪ ਜਾਂਦੀ ਹੈ ਉਸ ਤੋਂ ਬਾਅਦ 'ਚ ਫਿਰ ਇਹ ਮੇਰਾ ਮਤਲਬ ਜ਼ਿਮੀਂਦਾਰ ਨੂੰ ਬੁਰੀ ਲੱਗਦੀ ਹੈ, ਤੇ ਜ਼ਿਆਦਾਤਰ ਇਹ ਬਿਹਤਰ ਹੈ ਕਿ ਗੋਸ਼ਤ ਵਾਲੇ ਜਾਨਵਰ ਨੇ ਜਿਹੜੇ ਪਾਲੇ। ਜਿਹੜੀਆਂ ਮੱਝਾਂ ਤੇ ਗਾਵਾਂ ਨੇ ਇੱਕ ਸੂਬੇ 'ਚ ਕਿੰਨੇ ਮਹੀਨੇ ਦੁੱਧ ਦਿੰਦੀਆਂ ਨੇ? ਜੀ ਤਕਰੀਬਨ 8-9 ਮਹੀਨੇ ਦੁੱਧ ਦਿੰਦੀ ਹੈ ਮੱਝ ਜਿਹੜੀ। ਤੇ ਜਿਹੜੀ ਗਾਂ ਹੈ? ਗਾਂ ਹੈ ਜਿਹੜੀ ਉਹ 12 ਮਹੀਨੇ ਪਈ ਦੁੱਧ ਦਿੰਦੀ, ਉਹ ਸੂਣ ਤੋਂ ਪਹਿਲੂ ਤਕਰੀਬਨ ਕੋਈ ਮਹੀਨਾ ਖਾਂਡੀ ਉਹ ਪੀਹਾਂ ਕਰਦੀ ਹੈ, ਭਾਂਡਾ ਨਹੀਂ ਤਾਂ ਨਹੀਂ ਕਰਦੀ। ਠੀਕ ਹੈ, ਉਹ 12 ਮਹੀਨੇ ਦੁੱਧ ਦਿੰਦੀ। ਜਿਹੜੇ ਦੋਸਤ ਜਾਨਵਰਾਂ ਤੋਂ ਪੈਸੇ ਕਮਾਉਣਾ ਚਾਹੁੰਦੇ ਨੇ ਫਿਰ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ, ਕਿਹੜਾ ਕੰਮ ਕਰਨ ਅੱਜ ਕੱਲ ਦੇ ਦੌਰ ਨੂੰ ਦੇਖ ਕੇ? ਅੱਜ ਕੱਲ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਮਹਿੰਗਾਈ ਦਾ ਦੌਰ ਹੈ ਜੀ, ਮੈਂ ਤੇ ਇਹੀ ਕਹਾਂਗਾ ਕਿ ਗੋਸ਼ਤ ਵਾਲੇ ਜਾਨਵਰ ਨੇ ਨਾ ਜਿਹੜੇ ਜ਼ਿਆਦਾਤਰ ਪਾਲਣੇ ਚਾਹੀਦੇ। ਠੀਕ ਹੈ, ਜਿਹੜੇ ਗੋਸ਼ਤ ਵਾਲੇ ਕੱਟੇ ਵੱਛੇ ਜਿਹੜੇ ਨੇ ਨਾ ਜ਼ਿਆਦਾ ਪਾਲਣੇ ਚਾਹੀਦੇ। ਲੇਲੇ ਹੋਏ, ਬੱਕਰੀਆਂ, ਇਹੋ ਜਿਹੇ ਜਾਨਵਰ ਜਿਹੜੇ ਨੇ ਨਾ ਇਹ ਮੱਝਾਂ ਗਾਵਾਂ ਨਾਲੋਂ ਜ਼ਿਆਦਾ ਰੱਖਣੇ ਚਾਹੀਦੇ। ਯਾਨੀ ਕਿ ਉਹਨਾਂ 'ਚ ਪ੍ਰੋਫਿਟ ਜ਼ਿਆਦਾ ਹੈ? ਪ੍ਰੋਫਿਟ ਜ਼ਿਆਦਾ ਹੈ। ਇਹ ਜਿਹੜਾ ਕੰਮ ਹੈ ਮੱਝਾਂ ਦਾ ਕੰਮ ਹੈ ਜਾਂ ਗਾਵਾਂ ਦਾ ਕੰਮ ਹੈ, ਇਹਨਾਂ ਦੇ ਮੁਤਲਕ ਥੋੜਾ ਦੱਸੋ ਹਾਂ, ਇਹਨਾਂ ਤੋਂ ਕਿੰਨਾ ਪ੍ਰੋਫਿਟ ਲਿਆ ਜਾ ਸਕਦਾ ਹੈ, ਇਸ ਕੰਮ ਤੇ ਕੀ ਖਰਚਾ ਹੁੰਦਾ ਹੈ ਤੇ ਕਿੰਨੀ ਕੋਈ ਪ੍ਰੋਫਿਟ ਹੁੰਦੀ ਹੈ? ਮੱਝਾਂ ਤੇ ਗਾਈਆਂ ਦਾ ਜਿਹੜਾ ਕੰਮ ਹੈ, ਦੁੱਧ ਦੇਣ ਵਾਲੇ ਜਿਹੜੇ ਇਹਨਾਂ ਦੇ ਵਿੱਚੋਂ ਤਕਰੀਬਨ ਕੋਈ ਮੇਰਾ ਮਕਸਦ ਤੀਸਰਾ ਹਿੱਸਾ ਦਾ ਹੀ ਪ੍ਰੋਫਿਟ ਹੁੰਦੀ ਹੈ, ਯਾਨੀ ਕਿ 2 ਹਿੱਸੇ ਲਾਗਤ ਆ ਜਾਂਦੀ ਹੈ, ਤੀਸਰਾ ਹਿੱਸਾ ਪ੍ਰੋਫਿਟ ਹੁੰਦੀ ਹੈ। ਅੱਛਾ, ਅਗਰ ਜ਼ਮੀਨ ਆਪਣੀ ਹੋਏ? ਜ਼ਮੀਨ ਆਪਣੀ ਹੋਵੇ ਤਾਂ ਫਿਰ ਸਾਰੀ ਪ੍ਰੋਫਿਟ ਹੀ ਹੁੰਦੀ ਹੈ ਇਹਦੇ ਵਿੱਚ। ਠੀਕ ਹੈ, ਜ਼ਮੀਨ ਆਪਣੀ ਹੋਵੇ, ਪੱਠਾ ਤਾਪਣਾ ਹੋਵੇ, ਸਾਰੀ ਪ੍ਰੋਫਿਟ ਹੁੰਦੀ ਹੈ ਉਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਫਿਰ ਹੁੰਦੀ। ਮੱਝ ਗਾਂ ਅੱਗੋਂ ਸੌਰ ਜਾਏ ਉਹ ਕੋਈ 2-4 ਮਹੀਨੇ ਮਤਲਬ ਕਿ ਉਹਨੂੰ ਪੱਠੇ ਪਾਈ ਦੇ ਨੇ, ਉਸ ਤੋਂ ਬਾਅਦ ਫਿਰ ਅਗਲੇ ਸੂਏ ਵਾਸਤੇ ਤਿਆਰ ਹੋ ਜਾਂਦੀ ਹੈ, ਫਿਰ ਉਹ ਦੁੱਧ ਦੇਣਾ ਸ਼ੁਰੂ ਕਰ ਦਿੰਦੀ। ਸਿਰਫ ਉਹ 2-4 ਮਹੀਨੇ ਜਿਹੜੇ ਹੁੰਦੇ ਨੇ ਉਹ ਔਖੇ ਹੁੰਦੇ ਨੇ ਜ਼ਰਾ, ਕੋਈ ਬਾਈ ਦੁੱਧ ਨਹੀਂ ਦਿੰਦੀ ਤੇ ਖਰਚਾ ਖਾਂਦੀ ਹੈ। ਉਸ ਤੋਂ ਬਾਅਦ ਫਿਰ ਇੰਸ਼ਾਅੱਲਾ ਤਾਲਾ ਅੱਲਾ ਦੀ ਮਿਹਰਬਾਨੀ ਨਾਲ ਮੱਝ ਗਾਂ ਦੁੱਧ ਦੇਣ ਲੱਗ ਫਿਰ ਉਹ ਠੀਕ ਹੋ ਜਾਂਦਾ ਮਸਲਾ। ਇਹਦੇ 'ਚ ਤੀਸਰਾ ਹਿੱਸਾ ਜਿਹੜਾ ਨਾ ਜੀ ਬਿਲਕੁਲ ਮੱਝ ਤੇ ਗਾਂ ਦੇ ਵਿੱਚ ਪ੍ਰੋਫਿਟ। ਤੀਸਰਾ ਹਿੱਸਾ ਮੱਝ ਤੇ ਗਾਂ 'ਚ? ਤੀਸਰਾ ਰੁਪਈਆ ਜਿਹੜਾ ਨਾ ਉਹ ਪ੍ਰੋਫਿਟ ਸੀ। ਠੀਕ ਹੈ, ਹਾਂ ਦੇ ਖਰਚੇ ਕੱਢ ਕੇ ਤੀਸਰਾ ਰੁਪਈਆ ਜਿਹੜਾ ਤੁਹਾਡਾ ਪ੍ਰੋਫਿਟ। ਠੀਕ ਹੈ, ਯਾਨੀ ਕਿ ਅਗਰ 300 ਕਮਾਉਂਦੀ ਹੈ ਤੇ ਉਹਦੇ 'ਚ 100 ਬੱਚੇ ਦਾ 100 ਜਿਹੜਾ 200 ਖਰਚਾ ਹੈ। 200 ਖਰਚਾ ਹੈ ਤੇ 100 ਦੇ ਪੱਠੇ ਖਾ ਜਾਂਦੀ ਹੈ, 100 ਦੇ ਮੇਰਾ ਮਕਸਦ ਹੈ ਕਿ ਜਿਹੜਾ ਨਾ ਉਹ ਬੰਡਾ ਖਾ ਜਾਂਦੀ ਹੈ, ਤੀਸਰਾ ਹਿੱਸਾ ਤੁਹਾਡਾ ਪ੍ਰੋਫਿਟ। ਠੀਕ ਹੈ, ਤੇ ਜਿਹੜਾ ਉਹਦਾ ਜਾ ਹੁੰਦਾ ਹੈ ਉਹ ਜਾ ਮਾਸ਼ਾਅੱਲਾ ਜੀ ਪਾਲ ਪਵੇ ਤਾਂ ਬਿਲਕੁਲ ਹੀ ਨਿਰੀ ਪ੍ਰੋਫਿਟ ਹੈ। ਕੱਟੀ ਕੱਟਾ ਪਾਲ ਪਵੇ तो प्रॉफिट है।
ਉਹਨੂੰ ਦੁੱਧ ਛੱਡੀਏ ਤੂੰ ਪਾਲ ਪਵੇ ਤੂੰ ਬਿਲਕੁਲ ਹੀ ਮੇਰੀ ਪ੍ਰਾਫਿਟ ਉਹ ਬੈਂਕ ਦਾ ਇੱਕ ਕੈਸ਼। ਤੇ ਕੁਛ ਇੰਜ ਕਰਦੇ ਨੇ ਨਾ ਜਿਹੜੇ ਜ਼ਿਆਦਾ ਦੋਸਤ ਨੇ ਸ਼ਹਿਰਾਂ 'ਚ ਜਿੰਜ ਗੁੱਜਰ ਹਜ਼ਰਾਤ ਨੇ ਜਾਂ ਜ਼ਿਆਦਾ ਦੋਸਤ ਨੇ, ਉਹ ਛੋਟੇ ਜਿਹੜੇ ਜਾਨਵਰ ਨੇ ਬੱਚੇ ਉਹ ਵੇਚ ਛੱਡਦੇ ਨੇ, ਸਿਰਫ ਕਹਿੰਦੇ ਨੇ ਦੁੱਧ ਹੀ ਵੇਚਣਾ ਹੈ। ਲੇਕਿਨ ਕੁਛ ਕਹਿੰਦੇ ਨੇ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਪਾਲਣਾ ਹੈ, ਉਹ ਕੱਲ ਨੂੰ ਜ਼ਿਆਦਾ ਪ੍ਰੋਫਿਟ ਦੇਣ ਦੇ। ਤੁਹਾਡਾ ਤਜਰਬਾ ਕੀ ਕਹਿੰਦਾ? ਸਾਡਾ ਤਜਰਬਾ ਇਹ ਆਂਦਾ ਜੀ ਛੋਟਾ ਬੱਚਾ ਜਿਹੜਾ ਹੁੰਦਾ ਨਾ, ਜਾਂ ਮੱਝ ਦਾ ਜਾਂ ਗਾਂ ਦਾ ਬੱਚਾ ਹੁੰਦਾ, ਉਹ ਪਾਲਣਾ ਚਾਹੀਦਾ, ਉਹਦੇ 'ਚ ਜ਼ਿਆਦਾ ਪ੍ਰੋਫਿਟ ਹੁੰਦਾ। ਕਿੰਨਾ ਦੁੱਧ ਪਿਲਾਉਣਾ ਚਾਹੀਦਾ ਤੇ ਕਿੰਨੇ ਮਹੀਨੇ ਪਿਲਾਉਣਾ ਚਾਹੀਦਾ? ਉਹਨੂੰ ਜ਼ਿਆਦਾ ਦੇਰ ਨਾ ਵੀ ਤੁਸੀਂ ਪਿਆਓ। ਜਿਹੜੇ ਬਹੁਤੇ ਵੀ ਕੰਜੂਸ ਬੰਦੇ ਨੇ ਨਾ, ਉਹ ਅਗਲੇ ਥਣ ਜਿਹੜੇ ਮੱਝ ਦੇ ਹੁੰਦੇ ਨੇ ਨਾ, ਉਹਨੂੰ ਦੋਵੇਂ ਜਾਲ ਨੂੰ ਚੰਗਾਉਣੇ ਚਾਹੀਦੇ ਨੇ। ਅਗਲਿਆਂ 'ਚ ਦੁੱਧ ਕੰਮ ਹੁੰਦਾ ਹੈ? ਘੱਟ ਹੁੰਦਾ ਹੈ। ਅਗਲੇ ਦੋਵੇਂ ਥਣ ਵਿੱਚ ਚੰਗਾ ਛੜੇ, ਜਿੰਨਾ ਚਿਰ ਜਾਂ ਦੁੱਧ ਆਪਣਾ ਨਹੀਂ ਆਪਣਾ ਪੱਠੇ ਖਾਣ ਲੱਗਦਾ, ਉਹਨਾਂ ਚਿਰ ਉਹਨੂੰ ਅਗਲੇ ਦੋਵੇਂ ਥਣ ਚੰਗਾਏ। ਉਸ ਤੋਂ ਬਾਅਦ 'ਚ ਫਿਰ ਜਦੋਂ ਪੱਠੇ ਖਾਣ ਲੱਗ ਪਵੇ ਨਾ, ਫਿਰ ਉਹਨੂੰ ਭਾਵੇਂ ਇੱਕ ਥਣ ਤੇ ਵੀ ਲਾਵੇ, ਫਿਰ ਉਹਨੂੰ ਖੈਰ ਕਰਦਾ ਹੋਵੇ। 40 ਦਿਨ ਯਾਨੀ ਕਿ 50 ਦਿਨ ਤੱਕ ਉਹਨੂੰ ਅਗਲੇ ਦੋਵੇਂ ਥਣ ਚੜਨੇ ਚਾਹੀਦੇ, ਫਿਰ ਜਾ ਜਿਹੜਾ ਪਲ ਪੈਂਦਾ। ਠੀਕ ਹੈ। ਤੇ ਜੇ ਉਹਨੂੰ ਉਕਾ ਮੁਕਾ ਪਹਿਲੇ ਦਿਨ ਤੋਂ ਹੀ ਨਾ ਛੱਡੀਏ ਤੇ ਜਾ ਨਹੀਂ ਫਿਰ ਪਲਦਾ, ਜਾ ਮਰ ਜਾਂਦਾ ਛੇਤੀ। ਜਿਹੜੀਆਂ ਮੱਝਾਂ ਦੁੱਧ ਜ਼ਿਆਦਾ ਦਿੰਦੀਆਂ ਨੇ, ਉਹਦੇ ਵਿੱਚ ਉਹਨਾਂ ਦੀ ਨਸਲ ਦਾ ਕਮਾਲ ਹੈ ਜਾਂ ਖੁਰਾਕ ਦਾ ਕਮਾਲ ਹੈ? ਨਸਲ ਦਾ ਵੀ ਕਮਾਲ ਹੁੰਦਾ, ਖੁਰਾਕ ਦਾ ਵੀ ਕਮਾਲ ਹੁੰਦਾ, ਨਸਲ ਦਾ ਵੀ ਕਮਾਲ ਹੁੰਦਾ। ਠੀਕ ਹੈ। ਫਰਜ਼ ਕੀਤਾ ਜੇ ਨਸਲ ਚੰਗੀ ਹੈ, ਉਹਨੂੰ ਖੁਰਾਕ ਹੀ ਚੰਗੀ ਨਹੀਂ ਦਿੰਦੇ, ਫਿਰ ਤਾਂ ਉਹਨੇ ਦੁੱਧ ਘੱਟ ਹੀ ਦੇਣਾ। ਦੁੱਧ ਘੱਟ ਦਿੰਦੀ ਹੈ ਨਾ। ਮਗਰੋਂ ਜਿਹੜੇ ਮਾਲਕ ਰੱਖਣ ਵਾਲੇ ਨੇ ਉਹ ਜਿਉਂਦੇ ਹੋਣ ਤੇ ਸਾਰੇ ਕੰਮ ਹੁੰਦੇ ਨੇ ਨਾ। ਜੋ ਵੰਡਾ ਹੀ ਨਾ ਪਾਉਣ, ਉਹਨੂੰ ਪੱਠੇ ਨਾ ਪੂਰੇ ਪਾਉਣ। ਦੇਖੋ ਨਾ ਹੁਣ ਜਿਸ ਤਰ੍ਹਾਂ ਹੈ ਐਸੇ ਤਰ੍ਹਾਂ ਹੁਣ ਅੱਗੇ ਡੰਗਰ ਦੇ ਪੱਠੇ ਵੀ ਨਾ ਹੋਣ, ਡੰਗਰ ਵਹਿੰਦਾ ਹੋਵੇ, ਪੱਠੇ ਨਾ ਹੋਣ, ਡੰਗਰ ਦੇ ਅੱਗੇ ਕੋਈ ਨਹੀਂ ਰੱਜਿਆ। ਜਿਹਨਾਂ ਦੇ ਡੰਗਰ ਉਹ ਵੰਡੇ ਨਾਲ ਜਾਂ ਪੱਠਿਆਂ ਨਾਲ, ਉਹਨੂੰ ਮੇਰਾ ਮਤਲਬ ਉਹਨੇ ਦੇਣਾ ਵੀ ਕੀ ਹੈ। ਅੱਛਾ, ਇੱਕ ਗੱਲ ਕਲੀਅਰ ਕਰਿਓ। ਹਾਂ, ਭੁੱਖੇ ਰਹੋ ਤਾਂ ਸ਼ਾਮ ਨੂੰ ਘਰ ਵੀ ਨਹੀਂ ਆਪਣ ਔਰ ਰਾਜ ਕਿਤੇ ਡਿੱਗ ਪੈਣਾ। ਡਿੱਗ ਪੈਣਾ। ਇੱਕ ਗੱਲ ਕਲੀਅਰ ਕਰਿਓ ਕਿ ਅਗਰ ਨਸਲ ਚੰਗੀ ਹੈ, ਉਹਨੂੰ ਵੰਡਾ ਪਾਉਣਾ ਪੈਣਾ ਹੈ। ਹਾਂਜੀ। ਅਗਰ ਨਸਲ ਚੰਗੀ ਨਹੀਂ, ਉਹਨੂੰ ਖੁਰਾਕ ਚੰਗੀ ਦਿੱਤੀ ਜਾਏ, ਫਿਰ ਵੀ ਦੁੱਧ ਲਿਆ ਜਾ ਸਕਦਾ, ਜਾਂ ਕਿ ਦੁੱਧ ਲੈਣ ਵਾਸਤੇ ਨਸਲ ਵੀ ਚੰਗੀ ਹੋਣੀ ਚਾਹੀਦੀ? ਦੁੱਧ ਲੈਣ ਵਾਸਤੇ ਜਿਹੜੀਆਂ ਨਸਲਾਂ ਹੁੰਦੀਆਂ ਨੇ ਨਾ, ਉਹਨਾਂ ਦਾ ਅਲੱਗਾ ਹੀ ਕੰਮ ਹੁੰਦਾ ਵੇ। ਉਹ ਅਲੱਗਾ ਹੀ ਆਪਣਾ ਆਪ ਦੱਸਦੀਆਂ ਨੇ ਕਿ ਮੈਂ ਨਸਲ ਲਈ ਹਾਂ। ਫਿਰ ਦੱਸੋ ਹਾਂ, ਕੋਈ ਨਿਸ਼ਾਨੀਆਂ ਵੀ ਦੱਸੋ ਹਾਂ, ਜਿਹੜੀ ਚੰਗੀ ਨਸਲ ਹੈ, ਜਿਹੜੀ ਚੰਗੀ ਮੈਂ ਦੀਆਂ ਕੋਈ ਨਿਸ਼ਾਨੀਆਂ ਦੱਸੋ। ਸਾਡੇ ਆ ਡੰਗਰ ਨੇ, ਇਹਨਾਂ ਦੇ ਵੇਖ ਲਓ, ਕੋਈ ਵੀ ਐਸਾ ਡੰਗਰ ਨਹੀਂ ਕਿ ਜਿਹੜਾ ਮਾੜਾ ਦੁੱਧ ਦਿੰਦਾ ਹੈ ਜਾਂ ਨਸਲ ਚੰਗੀ ਦਾ ਨਹੀਂ। ਦਾਵਰ ਨੇ ਉਂਝ ਵੀ ਮਾਸ਼ਾਅੱਲਾ ਪੱਠੇ ਜਿਹੜੇ ਖਾਂਦੀਆਂ ਨੇ, ਘਾਸ ਕਟਵਾ ਇਹਨਾਂ ਦੀ ਹੁੰਦੀ ਹੈ, ਵੱਡਾ ਚੰਡਾ ਹਰ ਚੀਜ਼ ਇਹਨਾਂ ਦੀ ਮੇਰਾ ਮਕਸਦ ਹੈ। ਠੀਕ ਹੈ। ਤੁਸੀਂ ਸਰ ਦੱਸਣਾ ਜਿਹੜੀ ਚੰਗੀ ਮੈਂ ਵੇ, ਉਹਦਾ ਮੂੰਹ ਮੱਥਾ ਕਿੰਜ ਦਾ ਹੁੰਦਾ ਹੈ? ਠੀਕ ਹੈ। ਉਹਦੀ ਜਿਹੜੀ ਚਮੜੀ ਉਹ ਕਿਸ ਕਿਸਮ ਦੀ ਹੁੰਦੀ ਹੈ? ਤੁਹਾਡੇ ਸਾਹਮਣੇ ਵੇਖ ਲਓ, ਹਰਸ਼ਾ ਇਹਨਾਂ ਦਾ ਕੋਈ ਗੱਲਬਾਤ ਆ। ਵੇਖੋ ਏਡੀ ਸੀਲ ਸਾਊ ਮੱਝ ਜਿਉਂਦੀ ਰਹੇ, ਉਹ ਮੈਂ ਹੱਥਾਂ ਦਾ ਕਰਨਾ, ਉਹਨੂੰ ਪਤਾ ਕਿ ਮੈਨੂੰ ਕੋਈ ਦੇਣ ਲੱਗਾ। ਅੱਛਾ, ਪਿਆਰ ਕਰਦੀ ਹੈ? ਪਿਆਰ ਕਰਦੀ ਹੈ। ਠੀਕ ਹੈ। ਮਾਸ਼ਾਅੱਲਾ ਤੁਸੀਂ ਜਿਉਂਦੀ ਰਹੇ, ਇਹਨੂੰ ਆਪਣਾ ਕੋਈ ਤਰ੍ਹਾਂ ਨਾਲ ਗੱਲ ਨਹੀਂ, ਕੋਈ ਕਿੱਤਾ ਨਹੀਂ, ਕੋਈ ਕਹਾਣੀ। ਮਾਸ਼ਾਅੱਲਾ ਅੰਕਲ ਜੀ, ਤੁਸੀਂ ਕਾਫੀ ਤਜਰਬਾਕਾਰ ਹੋ। ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਤੁਸੀਂ ਕੋਈ ਇਹਨਾਂ ਦੇ ਦੇਸੀ ਇਲਾਜ ਦੱਸਦੇ ਹੋ ਪਏ, ਉਹ ਤੁਹਾਡਾ ਤਜਰਬਾ ਕਾਫੀ ਜ਼ਿਆਦਾ ਤੇ ਦੋਸਤਾਂ ਨੂੰ ਜਿਹੜੇ ਦੇਸੀ ਇਲਾਜ ਤੁਸੀਂ ਕਰਦੇ ਹੋ, ਜਿਹੜੇ ਅੱਜ ਕੱਲ ਹੁੰਦੇ ਨੇ ਪਏ, ਉਹ ਦੱਸਣੇ ਨੇ ਕੋਈ ਚੰਦ ਇੱਕ। ਉਹਦੇ ਵਿੱਚ ਜੀ ਇਹ ਕਿ ਅੱਜ ਕੱਲ ਜਿਹੜੇ ਜ਼ਿਆਦਾ ਲੋਕ ਨੇ ਨਾ, ਇਹ ਤੇ ਪੈਂਦੇ ਨੇ ਡਾਕਟਰਾਂ ਦੇ। ਜੇ ਕੋਈ ਥੋੜਾ ਬਹੁਤਾ ਨੁਕਸ ਡੰਗਰ ਨੂੰ ਹੋ ਗਿਆ ਤਾਂ ਉਹ ਕੋਈ ਡਾਕਟਰ ਨਾਲ ਦੱਸਦਾ ਜੀ ਟੀਕਾ ਲਵਾਓ, ਕੋਈ ਆਂਦਾ ਇਹਨੂੰ ਇਹ ਦਵਾਈ ਦਿਓ, ਇਹਨੂੰ ਇਹ ਦਿਓ, ਇਹਨੂੰ ਉਹ ਦਿਓ। ਅੱਜ ਕੱਲ ਕਮ ਤੋਂ ਕਮ ਜਿਹੜੇ ਡੰਗਰ ਨੂੰ ਠੰਡ ਲੱਗ ਜਾਂਦੀ, ਉਹਨੂੰ ਮਿੱਠਾ ਤੇਲ ਦੇਣਾ ਚਾਹੀਦਾ। ਸਮਝ ਆਈ? ਮਿੱਠਾ ਤੇਲ ਤਿਲਾਂ ਦਾ ਹੁੰਦਾ ਹੈ? ਤਿਲਾਂ ਦਾ ਤੇਲ ਉਹਨੂੰ ਦਿਓ, ਤੇ ਸਵੇਰ ਸ਼ਾਮ ਉਹਦਾ ਪਾਣੀ ਛਾਣੀ ਡਾਹਣ ਤੋਂ ਥੋੜ੍ਹਾ ਠੰਡ ਛਾਣ ਦੇ ਵਿੱਚ ਉਹਦਾ ਪਰਹੇਜ਼ ਕਰੋ। ਕਿ ਮੇਰਾ ਮਕਸਦ ਹੈ ਕਿ ਜਿਹੜਾ ਨਾ ਡੰਗਰ ਠੰਡ ਦੇ ਵਿੱਚ ਬਾਹਰ ਨਹੀਂ ਕੱਢਣਾ, ਜਾਂ ਜਦੋਂ ਤੇਲ ਦੇ ਲੈਣਾ ਉਦੋਂ ਬਾਅਦ 'ਚ ਉਹਨੂੰ ਪਾਣੀ ਨਹੀਂ ਡਾਹਣਾ। ਤੇਲ ਜ਼ਿਆਦਾਤਰ ਦੇਣ ਵਾਲੇ ਭੈਣ ਭਰਾਵਾਂ ਨੂੰ ਇਹ ਨਸੀਹਤ ਹੈ ਕਿ ਤੇਲ ਗਰਮ ਕਰਕੇ ਉਹਨੂੰ ਠੰਡਾ ਕਰੋ, ਠੰਡਾ ਕਰਕੇ ਤੇ ਫੇਰ ਦਿਓ ਡੰਗਰ, ਕਿਉਂਕਿ ਉਹਦੇ ਵਿੱਚ ਜਿਹੜੀ ਤੇਲ ਦੀ ਠੰਡਕ ਹੁੰਦੀ ਹੈ ਨਾ, ਉਹ ਨਹੀਂ ਰਹਿੰਦੀ, ਗਰਮੈਸ਼ ਪੜ ਜਾਂਦਾ ਤੇਲ, ਤੇ ਠੰਡ ਛੰਡ 'ਚ ਕੋਈ ਏਡਾ ਜ਼ਿਆਦਾ ਨੁਕਸਾਨ ਨਹੀਂ ਕਰਦਾ। ਤੇ ਅੱਜ ਕੱਲ੍ਹ ਜ਼ਿਆਦਾ ਲੋਕ ਜਿਹੜੇ ਨੇ ਅਲਸੀ ਦਾ ਅਤੇ ਸਰੋਂ ਦਾ ਤੇਲ ਵੀ ਦਿੰਦੇ ਨੇ, ਉਹਦੇ ਵਿੱਚ ਉਹ ਵੀ ਜ਼ਰਾ ਗਰਮ ਕਰਕੇ ਠੰਡਾ ਕਰਕੇ ਦਿਓ ਡੰਗਰ। ਉਸ ਤੋਂ ਬਾਅਦ ਕੋਈ ਗੁੜ ਦੀ ਪੇਸੀ ਮਗਰੋਂ ਦੇ ਛੜੋ ਥੋੜ੍ਹੀ ਜਿਹੀ, ਉਹਦੇ ਨਾਲ ਡੰਗਰ ਨੂੰ ਅਥਰੂ ਨਹੀਂ ਲੱਗਦਾ। ਤੇ ਜ਼ਿਆਦਾਤਰ ਬੰਦੇ ਜਿਹੜੇ ਨੇ ਹੁਣ ਆਮ ਤੌਰ 'ਤੇ ਡੰਗਰਾਂ ਨੂੰ ਥਣਾਂ ਨੂੰ ਨੁਕਸ ਹੋ ਜਾਂਦਾ, ਕੋਈ ਥਣ ਸੁੱਜ ਜਾਂਦਾ, ਜਾਂ ਮੇਰਾ ਮਕਸਦ ਹੈ ਕਿ ਖੂਨ ਆਉਣਾ ਸ਼ੁਰੂ ਹੋ ਜਾਂਦਾ। ਤੇ ਉਹਦੇ ਵਿੱਚ ਇਹ ਵੇ ਕਿ ਅਸੀਂ ਦੇਸੀ ਨੁਸਖਾ ਜਿਹਾ ਉਹਦਾ ਕਰਨਾ, ਜਾਂ ਥੋਮ ਉਹਨੂੰ ਰਿੰਨ ਕੇ ਦੇਈਦਾ। ਸਮਝ ਆਈ? ਥੋਮ ਛਿੱਲ ਕੇ ਕੋਈ ਕਿਲੋ ਤੋਂ ਰਿੰਨ ਕੇ ਤੇ ਉਹਨੂੰ ਖੀਰ ਬਣਾ ਕੇ ਦੇਈਦੀ ਹੈ। ਜਾਂ ਉਸ ਤੋਂ ਬਾਅਦ 'ਚ ਫਿਰ ਸੁਰਮਾ ਲਿਆਈਦਾ, ਢੇਲੀ ਦਾ ਘਾਹ, ਉਹ ਮੱਖਣ ਸੁਬਾਹ ਕੱਢਦੇ ਹਾਂ ਸਾਰ ਫਰਿੱਜ ਦੇ ਵਿੱਚ ਉਸਲੇ ਖਾਨੇ ਰੱਖੀਦਾ, ਤੇ ਉਹਦੇ ਵਿੱਚ ਫਿਰ ਉਹ ਸ਼ਾਮ ਨੂੰ ਕੋਲਾ ਕੱਢ ਕੇ ਜੰਮਿਆ ਹੁੰਦਾ ਬਰਫਾਂ ਨੂੰ, ਉਹਦੇ ਵਿੱਚ ਛੋਟਾ ਜਿਹਾ ਟੋਇਆ ਕੱਢ ਕੇ ਉਹ ਸੁਰਮਾ ਵਿੱਚ ਪਾ ਕੇ ਸ਼ਾਮ ਨੂੰ ਮੱਝ ਨੂੰ ਦੇਈਦਾ, ਸੁਬਾਹ ਨੂੰ ਠੀਕ ਹੋ ਜਾਂਦਾ। ਮਾਸ਼ਾਅੱਲਾ। ਤੇ ਜਿਹੜੇ ਜਾਨਵਰ ਦਾ ਥਣ ਬੰਦ ਹੋ ਜਾਂਦਾ, ਉਹਦਾ ਕੋਈ ਦੇਸੀ ਇਲਾਜ ਹੈ? ਥਣ ਬੰਦ ਹੋਣ ਵਾਲਾ ਜਿਹੜਾ ਥਣ ਬੰਦ ਹੋ ਜਾਏ ਨਾ, ਉਹਦਾ ਇਲਾਜ ਕੋਈ ਨਹੀਂ ਹੁੰਦਾ। ਉਹਦਾ ਲੋਕ ਇੱਕ ਦੇਸੀ ਇਲਾਜ ਕਰਦੇ ਨੇ, ਉਹਨੂੰ ਚੀਰਾ ਦਵਾਉਂਦੇ ਨੇ। ਚੀਰਾ ਦਵਾਉਣ ਨਾਲ ਥਣ ਬਰਬਾਦ ਹੋ ਜਾਂਦਾ, ਉਹਦੇ ਵਿੱਚ ਦੁੱਧ ਨਹੀਂ ਚੋਂਦਾ, ਦੁੱਧ ਵਗਦਾ। ਉਹਦਾ ਚੀਰਾ ਨਹੀਂ ਦੇਣਾ ਚਾਹੀਦਾ,
ਸੀਰੇ ਨਾਲੋਂ ਜਾਂ ਥਣ ਨਹੀਂ ਅੱਗੋਂ ਵੱਢਣਾ ਚਾਹੀਦਾ, ਉਸ ਤੋਂ ਬਿਹਤਰ ਹੱਥ ਉਹਦਾ ਇਹ ਹੀ ਹੁੰਦਾ ਕਿ ਕੋਸ਼ਿਸ਼ ਕਰਕੇ ਨਾ ਤੋਂ ਉਹਨੂੰ ਚਲਾਓ ਥਣ ਨੂੰ, ਮਲ ਮੁਲ ਕੇ ਇਸ ਤਰ੍ਹਾਂ ਹੱਥਾਂ ਦੇ ਵਿੱਚ ਦਮ ਜਮ ਕਰਾ ਕੇ ਥਣ ਨੂੰ ਚਲਾਓ। ਅੱਛਾ ਅੰਕਲ ਜੀ, ਇਹ ਜਿਹੜੀ ਮੈਂ ਪਹਿਲੇ ਸੂਏ ਸੁਣਦੀ ਏ, ਹਾਂਜੀ, ਉਹ ਸਮਝੋ ਕਿ ਮਾਲਕ ਨੂੰ ਬਾਜ਼ ਔਕਾਤ ਮੁਸੀਬਤ ਵੀ ਬਣ ਜਾਂਦੀ ਏ ਕਿ ਦੁੱਧ ਸਹੀ ਨਹੀਂ ਚਵਾਉਂਦੀ ਜਾਂ ਬਾਗੀ ਹੋਈ ਜਾਂਦੀ ਏ। ਇਹ ਦਿਹਾੜੀ ਦੋ ਦਾ ਹੀ ਕੰਮ ਹੁੰਦਾ, ਉਸ ਤੋਂ ਬਾਅਦ 'ਚ ਠੀਕ ਹੋ ਜਾਂਦਾ, ਅੱਛਾ, ਕਿਉਂਕਿ ਉਹ ਨਵੀਂ ਹੁੰਦੀ ਹੈ, ਉਹ ਕਰਦੀ ਹੈ ਨਾ ਇਸ ਵਾਸਤੇ। ਤੇ ਜੇ ਉਹ ਮਾਲਕ ਸਿਆਣੇ ਹੋਣ ਨਾ ਤਾਂ ਉਹਦੀਆਂ ਪਿਛਲੀਆਂ ਲੱਤਾਂ ਨੂੰ ਪਹਿਲੂ ਮਤਲਬ ਕੋਈ ਰੱਸੀ ਰੁੱਸੀ ਜਾਂ ਕੋਈ ਟਾਕੀ ਟੂਕੀ ਬੰਨ ਲੈਂਦੇ ਨੇ, ਤੇ ਉਸ ਤੋਂ ਬਾਅਦ ਜਦੋਂ ਮਾਝ ਸੂਕ 2 ਦਿਨ ਉਹ ਕਰਦੀ ਹੈ, ਸੋਚ ਸਾਜ ਜੋ ਪਈ ਹੁੰਦੀ ਹੈ, ਉਹਦੀ ਵਜ੍ਹਾ ਹੁੰਦੀ ਹੈ। ਤੇ 2 3 ਦਿਨਾਂ ਬਾਅਦ ਅੱਜ ਕੱਲ੍ਹ ਜਿਹੜੀ ਮਾਝ ਸੁਣਦੀ ਉਹਨੂੰ ਪਾਣੀ ਗਰਮ ਕਰਕੇ ਜਰਾ ਉਹਦੇ ਥਣ ਜਾਣ, ਉਸੇ ਪਾਣੀ ਨਾਲ ਮੇਰਾ ਮਕਸਦ ਹੈ ਕਿ ਥਣ ਛਣ ਧੋਈਏ ਤਾਂ ਠੀਕ ਹੋ ਜਾਂਦਾ ਮਤਲਬ। ਠੀਕ ਹੈ, 1-2 ਦਿਨਾਂ ਦੀ ਗੱਲ। ਤੇ ਮੈਂ ਕਿਹੜੇ ਸੂਏ ਦੁੱਧ ਜ਼ਿਆਦਾ ਦਿੰਦੀ ਏ, ਪਹਿਲੇ, ਦੂਸਰੇ, ਤੀਸਰੇ, ਕਿਹੜੇ? ਤੀਜੇ ਸੂਏ ਮਾਝ ਨੂੰ ਦੁੱਧ ਪਰਵਾਹ ਨਹੀਂ ਹੁੰਦੀ ਮੱਝ ਨੂੰ। ਪਹਿਲੇ ਸੂਏ ਘੱਟ ਹੀ ਹੁੰਦਾ, ਪਹਿਲੇ ਸੂਏ ਵੀ ਪੂਰਾ ਹੀ ਹੁੰਦਾ, ਉਹ ਦੂਜੇ ਸੂਏ ਫਿਰ ਉਗੋ, ਫਿਰ ਤੀਜੇ ਸੂਏ ਮੱਝ ਚੰਗਾ ਦੁੱਧ ਦਿੰਦੀ ਹੈ। ਠੀਕ, ਉਹਦੇ ਵਿੱਚ ਇਹ ਹੁੰਦਾ ਕਿ ਮਾਲਕਾਂ ਦੇ ਸਿਰ ਤੇ ਮਨੱਤਰ ਹੁੰਦੀ ਹੈ ਜੀ। ਮਾਲਕ ਅਗਰ ਜਿਉਂਦੇ ਹੋਣ ਚੰਗੇ ਹੋਣ ਉਹ ਪਹਿਲੇ ਸੂਏ ਵੀ ਦੁੱਧ ਦਿੰਦੇ। ਦੁੱਧ ਵਧਾਉਣ ਦਾ ਕੋਈ ਦੇਸੀ ਇਲਾਜ, ਕੋਈ ਦੇਸੀ ਤਰੀਕਾ, ਕੋਈ ਦੇਸੀ ਖੁਰਾਕ? ਦੇਸੀ ਖੁਰਾਕ ਅਸੀਂ ਤੇ ਜੀ ਇਸ ਵੇਲੇ ਆ ਸੇਂਗਣੀਆਂ ਵੰਡਾ ਵੀ ਪਾਉਂਦੇ ਆ ਨੈਸ਼ਨਲ ਦਾ, ਇਹਦੇ ਨਾਲ ਵੀ ਦੁੱਧ ਬੜਾ ਹੁੰਦਾ। ਉਸ ਤੋਂ ਬਾਅਦ ਚੱਲਾ ਤੁਹਾਡਾ ਭਲਾ ਕਰੇ ਜੀ, ਇਹ ਤੇਲ ਸ਼ੇਲ ਦਈਏ, ਇਹਦੇ ਨਾਲ ਵੀ ਦੁੱਧ ਵੱਧਦਾ, ਕਿਉਂਕਿ ਡੰਗਰ ਅੰਦਰੋਂ ਖੁਸ਼ਕ ਨਹੀਂ ਹੁੰਦਾ। ਲੇਕਿਨ ਇਹ ਹੈ ਕਿ ਮੱਝ ਨੂੰ ਸੂਣ ਤੋਂ ਪਹਿਲੂ ਕੋਈ 2 ਕਿਲੋ ਦੇਸੀ ਘਿਓ ਦੇਣਾ ਚਾਹੀਦਾ, ਝੋਲ ਕਰਕੇ। ਦੇਸੀ ਘਿਓ 2 ਕਿਲੋ ਦਿੱਤਾ ਹੋਵੇ ਝੋਲ ਕਰਕੇ, ਤਾਂ ਉਹਦੇ ਨਾਲ ਮੱਝ ਦਾ ਅੰਦਰ ਖੁਸ਼ਕ ਨਹੀਂ ਰਹਿੰਦਾ, ਜਿੰਨਾ ਦੁੱਧ ਆਖੀ ਉਹਨਾਂ ਮੱਝ ਵੀ ਦੇਣੀ ਸੂਣ ਤੋਂ ਪਹਿਲੇ। ਸੂਣ ਤੋਂ ਪਹਿਲੇ। ਤੇ ਜਦੋਂ ਮੇਰਾ ਮਕਸਦ ਇਹ ਕਿ ਆ ਕੁਝ ਲੋਕ ਜਿਹੜੇ ਨੇ ਸੂਣ ਤੋਂ ਪਹਿਲੂ ਡਾਲਟਾ ਘਿਓ ਦਿੰਦੇ ਨੇ, ਡਾਲਟਾ ਘਿਓ ਜਿਹੜਾ ਐਡੀ ਬੁਰੀ ਖੁਰਾਕ ਡੰਗਰ ਵਾਸਤੇ ਹੋਰ ਹੈ ਕੋਈ। ਇਹ ਐਡਾ ਖੁਸ਼ਕ ਹੁੰਦਾ, ਪੂਰਾ ਸੂਆ ਡੰਗਰ ਦੁੱਧ ਨਹੀਂ ਦਿੰਦਾ, ਭਾਵੇਂ ਕੁਝ ਵੀ ਪਏ ਉਹਨੂੰ। ਇਹਨੇ ਘਿਓ 'ਚ ਦੇਣਾ, ਫਿਰ ਦੇਸੀ ਦਵੋ। ਘਿਓ ਦੇਣਾ, ਦੇਸੀ ਘਿਓ ਦੇਈਦਾ ਨਾ, ਫਿਰ ਝੋਲ ਕਰਕੇ ਨਾਲਾਂ ਨਾਲ ਦੇਈ ਜਾਂਦਾ ਡੰਗਰ ਨੂੰ, ਵਿੱਚ ਗੁੜ ਛੋੜ ਪਾਇਆ, ਝੋਲ ਕਰਕੇ ਤੁਹਾਨੂੰ ਮੈਨੂੰ ਗਰਮ ਕਰਕੇ ਦੇਈਦਾ ਡੰਗਰ ਨੂੰ। ਪੂਰਾ ਸੂਆ ਇਨਸ਼ਾਅੱਲਾ ਤਾਲਾ ਡੰਗਰ ਤੁਹਾਡਾ ਜਿਹੜਾ ਦੁੱਧ ਘੱਟ ਨਹੀਂ ਦੇਣਾ। ਠੀਕ ਹੈ ਜੀ ਅੰਕਲ ਜੀ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼ ਜੀ।